ਆ ਗੱਡੀ ਤੁਸੀਂ ਆਉਂਦੀ ਦੇਖ ਲਈ, ਇਹਦਾ ਨੰਬਰ ਦੱਸਦਾ KL 14B 9458। ਸਾਡੇ ਨਾਲ ਇਹ ਉਹ ਸਾਥੀ ਨੇ ਜਿਨ੍ਹਾਂ ਨੂੰ ਪੰਜਾਬੀ ਤੱਕ ਹੀ ਹਿੰਦੀ ਵੀ ਨਹੀਂ ਸਮਝ ਆਉਂਦੀ। ਇਹ ਨੌਜਵਾਨ ਘਰੋਂ ਜਾਂਦਾ ਕਾਲਜ ਲਈ ਤੇ पहुंच ਜਾਂਦਾ ਸਿੰਘੂ ਬਾਰਡਰ। आप दो दोस्त यहाँ पे आए हो या आपके साथ और दोस्त भी आए थे? हमारे साथ और दोस्त हमारे से पहले निकला हुआ था, वो साइकिल से था। ऐसी कौन सी चीज थी जिसने आपको यहाँ तक खींच के लाया? स्कूटी पे पहुँचने में कितना टाइम लगा? हमको 10 डेज। कानून रद्द हो गए उसके बाद में कैसी खुशी होती है वही यहाँ देखना है। अगर आपके परिवार की बात करें तो घर पे पहली बार आपने झूठ बोला था, तो अब आप तीसरी बार अभी आए हैं तो या चौथी बार अभी आए हैं, तो अब घर पे क्या बोल के आते हैं या अभी भी झूठ बोल के आते हो? घर पे अभी पता नहीं है, बाकी पता लग जाएगा तो देखी जाएगी। बहुत वीडियोस में देखा था, 2 हाथ नहीं था एक बंदा का, उसका वीडियो भी देखा था। फिर लास्ट में ऐसे ही बोला कि ऑल ओवर इंडिया ट्रिप कर रहे हैं, थोड़े थोड़े जगह पे पास में रहेंगे ऐसे बोल के आया था। फिर पंजाब पहुंचने के बाद भी बोला कि पंजाब में है। केरला में क्या स्थिति है किसान? वहाँ पे भी वो विधानसभा चुनाव होंगे जब आने वाले समय में होते हैं, तो बीजेपी वहाँ पे भी पूरी वही गेम जात धर्म की खेलती होगी। आपको जहाँ आके जो दृश्य वहाँ पे था, वहाँ के कितना बदला लगा? पंजाब बैठा है यूपी राजस्थान के लिए, क्योंकि वहाँ MSP नहीं है। क्या मैसेज लेके जा रहे हो जहाँ से अपने दोस्तों के लिए, केरला के लिए? संयुक्त किसान मोर्चा, ठीक है ना? ਇਹ ਦੇਸ਼ ਦੀ ਇੱਕ ਪਹਿਚਾਣ ਬਣ ਗਿਆ ਕਿ ਜਿੱਥੇ ਵੀ ਕੋਈ ਸਰਕਾਰ ਧੱਕਾ ਕਰੂਗੀ, ਇਹਦਾ ਮਤਲਬ ਸੰਯੁਕਤ ਹੈਗੇ ਨੇ ਲੋਕ। ਸੂਰਜ ਚੜ੍ਹੇ ਨਾ ਚੜ੍ਹੇ ਪਰ ਦਿਨ ਚੜ੍ਹਨ ਤੇ ਰੋਸ਼ਨੀ ਹੋ ਜਾਂਦੀ ਆ। ਸੋ ਅੱਜ ਸੂਰਜ ਨਹੀਂ ਨਿਕਲਿਆ ਪਰ ਰੋਸ਼ਨੀ ਹੈ। ਇਸ ਲਈ ਜੇਕਰ ਇਹ ਅੰਦੋਲਨ ਖਤਮ ਹੋ ਗਿਆ, ਮਤਲਬ ਇਹ ਨਹੀਂ ਕਿ ਸੰਯੁਕਤ ਮੋਰਚਾ ਖਤਮ ਹੋ ਗਿਆ। ਉਹ ਤਾਕਤ ਰਹੇਗੀ, ਉਹ ਕਿਤੇ ਮਰਜ਼ੀ ਹੋਵੇ। ਚੋਣਾਂ 'ਚ ਉਤਰਨਾ ਕਿ ਨਹੀਂ ਉਤਰਨਾ, ਇਹ ਮੋਰਚੇ ਨੇ ਫੈਸਲਾ ਕਰਨਾ ਜਾਂ ਲੀਡਰਾਂ ਨੇ ਫੈਸਲਾ ਕਰਨਾ। ਪਰ ਸਰਕਾਰ ਮੂਹਰੇ ਇੱਕ ਡੰਡਾ ਹੋਣਾ ਚਾਹੀਦਾ ਕਿ ਸੰਯੁਕਤ ਮੋਰਚੇ ਦਾ ਇੱਕ ਡੰਡਾ ਹੈਗਾ, ਜੇ ਕੋਈ ਗਲਤੀ ਕਰੂ ਉਹ 'ਚ ਜਦੇ ਝੰਡਾ ਪਾ ਲਾਂਗੇ। ਇਸ ਮੌਕੇ ਅਸੀਂ ਖੜੇ ਹਾਂ ਟਿੱਕਰੀ ਬਾਰਡਰ ਤੇ। ਮੇਰੇ ਨਾਲ ਅਨੂ ਕੋੜਾ ਤੇ ਕੁਝ ਸਾਥੀ ਤੁਹਾਨੂੰ ਕੈਮਰੇ 'ਚ ਨਜ਼ਰ ਆ ਰਹੇ ਨੇ। ਆ ਗੱਡੀ ਤੁਸੀਂ ਆਉਂਦੀ ਦੇਖ ਲਈ, ਇਹਦਾ ਨੰਬਰ ਦੱਸਦਾ KL 14B 9458। KL ਤੋਂ ਹੀ ਸਾਫ਼ ਹੋ ਜਾਂਦਾ ਕਿ ਇਹ ਸਕੂਟੀ ਕੇਰਲਾ ਸੂਬੇ ਨਾਲ ਸੰਬੰਧਿਤ ਆ। ਬਿਲਕੁਲ ਜੀ, ਇਸ 3 ਖੇਤੀ ਕਾਨੂੰਨਾਂ ਦੇ ਵਾਪਸੀ ਦੇ ਲਈ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਜਿੱਥੇ ਸੂਬਿਆਂ ਦੀਆਂ ਹੱਦਾਂ ਤੋੜੀਆਂ, ਜਿੱਥੇ ਭਾਸ਼ਾਵਾਂ ਦੇ ਬੰਧਨ ਤੋੜੇ, ਉੱਥੇ ਜਾਤ ਧਰਮ ਤੇ ਫਿਰਕੇ ਦੇ ਬੰਧਨ ਵੀ ਤੋੜੇ ਤੇ ਦੇਸ਼ ਨੂੰ ਇਕਮੁੱਠ ਕੀਤਾ, ਇਕਜੁੱਟ ਕੀਤਾ, ਜਿਹਦੇ ਕਾਰਨ ਜਾਬਰ ਸਰਕਾਰ ਨੂੰ ਝੁਕਣਾ ਪਿਆ, ਸਬਰ ਜਿੱਤਿਆ। ਪਰ ਅੱਜ ਇੱਕ ਪਹਿਲੂ ਤੋਂ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਨਵੇਕਲਾ ਪਹਿਲੂ ਆ। ਸਾਡੇ ਨਾਲ ਇਹ ਉਹ ਸਾਥੀ ਨੇ ਜਿਨ੍ਹਾਂ ਨੂੰ ਪੰਜਾਬੀ ਤੱਕ ਹੀ ਹਿੰਦੀ ਵੀ ਨਹੀਂ ਸਮਝ ਆਉਂਦੀ। ਉਹ ਆਪਣੀ ਕੇਰਲਾ ਦੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ, ਪਰ ਇਸ ਅੰਦੋਲਨ 'ਚ ਆ ਕੇ ਟੁੱਟੀ ਫੁੱਟੀ ਪੰਜਾਬੀ ਵੀ ਤੇ ਹਿੰਦੀ ਵੀ ਉਹ ਸਮਝਣ ਲੱਗੇ। ਸੋ ਇਸੇ ਤਰ੍ਹਾਂ ਆਹ ਸਾਥੀ ਜੈਪੁਰ ਤੋਂ ਆ, ਪੰਜਾਬ ਦਾ ਗਵਾਂਢੀ ਸੂਬਾ, ਹਰਿਆਣਾ ਦਾ ਗਵਾਂਢੀ ਸੂਬਾ ਰਾਜਸਥਾਨ, ਪਰ ਜੈਪੁਰ ਤੋਂ ਇਹ ਨੌਜਵਾਨ ਘਰੋਂ ਜਾਂਦਾ ਕਾਲਜ ਲਈ ਤੇ ਪਹੁੰਚ ਜਾਂਦਾ ਸਿੰਘੂ ਬਾਰਡਰ। ਸੋ ਆਹ ਜਜ਼ਬਾ ਸੀ ਜਿਹੜਾ ਉਸ ਪਹਿਲੂਆਂ ਨੂੰ ਦਰਸਾਉਣ ਦੇ ਲਈ ਕੇਰਲਾ ਦੇ ਨੌਜਵਾਨਾਂ ਦਾ ਇੱਥੇ ਸਕੂਟਰੀ ਤੇ ਆ ਜਾਣਾ ਹੈ, ਕਾਲਜ ਦੀ ਬਜਾਏ ਸਿੱਧਾ ਸ਼ੰਭੂ ਬਾਰਡਰ, ਟਿੱਕਰੀ ਬਾਰਡਰ ਆ ਜਾਣਾ, ਇਹ ਕਈ ਪਹਿਲੂ ਨੇ। ਸੋ ਇਸ ਪਹਿਲੂ ਦੀਆਂ ਕਈ ਪਰਤਾਂ ਹੋਣਗੀਆਂ, ਜਿਹੜੀਆਂ ਪਰਤਾਂ ਸੀ ਉਸ ਨਜ਼ਰੀ ਤੋਂ ਰੱਖਣਾ ਚਾਹੁੰਦੇ ਹਾਂ। ਅਨੂ, ਸਾਨੂੰ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਦੇਸ਼ਾਂ ਦੇ ਵੀ ਨੁਮਾਇੰਦੇ ਮਿਲੇ, ਪਰ ਜਿਹੜਾ ਇਹ ਕਿਹਾ ਜਾਂਦਾ ਕਿ ਦੇਸ਼ ਦਾ ਨੌਜਵਾਨ ਅਵੇਸਲਾ ਹੈ ਹੱਕਾਂ ਲਈ, ਰਾਜਨੀਤਿਕ ਪਹਿਲੂਆਂ ਤੋਂ, ਉਹਨਾਂ ਦੇ ਦੱਸਣ ਲਈ ਇਹ ਤਸਵੀਰ ਬਹੁਤ ਸਾਫ਼ ਹੈ ਕਿ ਪੰਜਾਬ ਹੋਵੇ ਜਾਂ ਬਾਕੀ ਸੂਬੇ ਹੋਣ, ਉਹਨਾਂ ਦਾ ਨੌਜਵਾਨ ਵੀ ਉਨਾ ਹੀ ਚੇਤਨ ਆ ਕਿ ਦੇਸ਼ 'ਚ ਕੀ ਘਟਨਾਕ੍ਰਮ ਵਾਪਰ ਰਹੀ ਆ, ਕੀ ਹੋ ਰਿਹਾ। ਉਸ ਪਹਿਲੂ ਤੋਂ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਕੇਰਲਾ ਤੋਂ ਇੱਥੇ ਆਉਣ ਪਿੱਛੇ ਕੀ ਮਸਲਾ, ਉੱਥੇ ਦੀ ਕਿਸਾਨੀ ਦੀ ਕੀ ਸਥਿਤੀ ਆ, ਜੈਪੁਰ ਵਾਲਾ ਨੌਜਵਾਨ ਕੀ ਸੋਚ ਕੇ ਇੱਥੇ ਆਇਆ। ਸੋ ਇਸ ਪਹਿਲੂ ਨਾਲ ਅੱਜ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਤੇ ਮਾਈਕ ਤੁਹਾਡੇ ਹਵਾਲੇ। बिल्कुल,
ਸੋ ਮੈਨੂੰ ਇਹ ਸਮਝ ਨਹੀਂ ਹੈਗੀ ਹਲੇ ਕਿ ਉਹਨਾਂ ਨੇ ਜਿਹੜਾ ਕੁਝ ਤੁਸੀਂ ਮਤਲਬ ਇਹਨਾਂ ਵਾਸਤੇ ਕਿਹਾ ਇਹਨਾਂ ਨੂੰ ਉਹ ਗੱਲ ਵੀ ਸਮਝ ਆਈ ਹਲੇ ਕਿ नहीं समझ आई। पंजाबी कितनी आती है आपको? थोड़ा सा मुश्किल है, हिंदी थोड़ा थोड़ा आती है। थोड़ा थोड़ा। क्या नाम है आपका? मेरा नाम मोहम्मद फैसल है। मोहम्मद फैजल। आप दो दोस्त यहाँ पे आए हो या आपके साथ और दोस्त भी आए थे? हमारे साथ और दोस्त हमारे से पहले निकला हुआ था, वो साइकिल से था, 4 लोग। वो यहाँ पे पहुँच गया था, सिंगू बॉर्डर 26 पे यहाँ पे था। फिर अभी तो वो अमृतसर गया हुआ है जी। तो आप कैसे सोचा आपने कि एक्टिवा के ऊपर ही आप मतलब सिंगू बॉर्डर के लिए निकल लिए, वो भी केरला से? हम ऐसे सोचा था कि पहुँच पाएगा कि नहीं, तो बहुत दिन हमने ऐसे ही सोचा। फिर हमने एक दिन फाइनल डिसाइड कर दिया कि चले जो भी हो जाने दो फार्मर्स के लिए। तो बहुत लोग यहाँ पे ऑलरेडी आया है, चल के आया है 300-400 किलोमीटर ये सब। उसके बारे में देखने से हमको ये इतना मुश्किल नहीं लगा कि स्कूटी पे आराम से आ गया हम, कुछ भी प्रॉब्लम नहीं आया। ऐसी कौन सी चीज थी जो सबसे ज्यादा आपको अट्रैक्ट कर रही थी कि आप किसान आंदोलन में मतलब स्कूटी तक पे आने के लिए तैयार हो गए? ऐसी कौन सी चीज थी जिसने आपको यहाँ तक खींच के लाया? क्योंकि यहाँ पे जो इतने एज्ड लोग रहते हैं ना, उसका बारे में बहुत वीडियोस में देखा था। 2 हाथ नहीं था एक बंदा का, उसका वीडियो भी देखा था। ये सब बहुत इंस्पायर किया कि मेरे को यहाँ पे आने के लिए बहुत अच्छा लगा ये सब। फिर एक बार यहाँ पे आके इसका पूरा रियलाइज करना चाहता था, इसलिए। ਇਹ ਤਸਵੀਰਾਂ ਸੀਗੀਆਂ ਕਹਿੰਦੇ ਜਿਹੜੀਆਂ ਸਾਡੇ ਤੱਕ ਪਹੁੰਚੀਆਂ, ਅਸੀਂ ਇੱਥੋਂ ਦੀ ਵੀਡੀਓਜ਼ ਦੇਖੀਆਂ ਤੇ ਵੀਡੀਓਜ਼ ਜਿਹੜੀਆਂ ਸਾਰੇ ਸੂਬਿਆਂ ਤੱਕ ਪਹੁੰਚੀਆਂ, ਜਿਹੜੇ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਉਹ ਤਸਵੀਰਾਂ ਪਹੁੰਚੀਆਂ ਤੇ ਲੋਕਾਂ ਨੇ ਸੋਚਿਆ, ਜਿਹੜੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਸੀਗੇ, ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਸਰਕਾਰ ਗਲਤ ਕਰ ਰਹੀ ਹੈ ਕਿਸਾਨਾਂ ਦੇ ਨਾਲ, ਸੋ ਉਹਨਾਂ ਨੂੰ ਇੱਕ ਖਿੱਚ ਪੈ ਰਹੀ ਸੀਗੀ ਵੀ ਬਜ਼ੁਰਗ ਬਾਬੇ ਜਦੋਂ ਉੱਥੇ ਬੈਠੇ ਨੇ ਤਾਂ ਨੌਜਵਾਨ ਪੀੜ੍ਹੀ ਜਿਹੜੀ ਉਹ ਘਰੇ ਬਹਿ ਕੇ ਕੀ ਕਰੇਗੀ। ਸੋ ਉਹਨਾਂ ਨੇ ਸੋਚਿਆ ਕਿ ਨਹੀਂ, ਅਸੀਂ ਉਹਨਾਂ ਦਾ ਜੇ ਕੁਝ ਹੋਰ ਨਹੀਂ ਕਰ ਸਕਦੇ, ਜਿਹੜੀ ਬਾਰ-ਬਾਰ ਗੱਲ ਹੁੰਦੀ ਹੈ ਵੀ ਜ਼ਮੀਨ नहीं हैगी पर जमीर हैगी, तो इत्थे साथ देन जरूर पहुंचिए। सो घर वालों ने आपके मतलब घर बताकर आए थे, ये क्या कहा घर वालों ने जब आपने? घर पे बोला था, तब घर से मना किया था क्योंकि कोरोना का टाइम चल रहा है, वैसे वैसे सब बोल रहा था। फिर लास्ट में ऐसे ही बोला कि ऑल ओवर इंडिया ट्रिप कर रहे हैं, थोड़े थोड़े जगह पे पास में रहेंगे, ऐसे बोल के आया था। फिर पंजाब पहुंचने के बाद वही बोला कि पंजाब में है अभी फार्मर जो जहाँ पे प्रोटेस्ट चल रहा है वहाँ पे उस एरिया पे बहुत खुश है वो लोग। और साथ ही साथ डेली हम फोटोज़ और लोकेशन सेंड करा था उन लोगों को, तो इसलिए वो लोग भी खुश हैं, हम यहाँ पे पहुँच गए। उन लोग चिंता नहीं है अब उनको? हाँ, उन लोगों को तो मन था कि वह उन को भी यहाँ पे आना था। पापा को तो बहुत ज़्यादा था मन यहाँ पे आने के लिए, लेकिन हो नहीं पाया। फिर मैं इधर आया, इसलिए बहुत खुश है जी। तस्वीरें जो है वो बहुत तरीके की जो जा रही थी यहाँ से। एक वो तस्वीरें थी जो सही चीज दिखा रहा था, एक वो भी लोग थे जो कह रहे थे कि यहाँ पे आतंकवादी आए हो, तो वो तस्वीरें भी वहाँ तक पहुँच रही थी। जी जी, ज़रूर ज़रूर, दोनों तरीके के आ रहा था कि न्यूज़ में देखते हैं ना तब हमको दोनों भी मिलता है। तो हमने ज़्यादा भी, हमको पता है फार्मर्स ने तो ऐसे नहीं कर सकते हैं, क्योंकि हम फार्मर्स रिलेटेड फैमिली से आते हैं, तो उस हिसाब से। केरला में अगर स्थिति की बात करें किसानों की, तो केरला में क्या स्थिति है किसानों की? बहुत अच्छा है केरला में तो सब तरीके से देखा तो किसानों के लिए तो बहुत अच्छा है जी। तो आप चाहते हैं कि बाकी जगह पे भी, बाकी सूबों में भी होना चाहिए जी, ज़रूर वैसे ही होना चाहिए। आपका क्या नाम है? मोहम्मद साबिर। मोहम्मद साबिर। Yes. अच्छा, आप दोस्त हैं? हाँ, दोस्त है इसका। दोस्तों ने कैसे डिसाइड किया? क्योंकि दोस्त वैसे बहुत जल्दी डिसाइड कर लेते हैं, कहीं पे घूमने जाना हो तो बहुत जल्दी तैयार हो जाते हैं, अगर साथ में पढ़ना हो तो जल्दी तैयार नहीं होते। तो ऐसी यहाँ पर आंदोलन में आना कैसे डिसाइड किया दोनों ने? ऐसे ही जाने को बोला, ओके चल सकता है, आया मैं उतना ही। अच्छा, तो आपको कौन सी चीज ऐसे अट्रैक्ट करी थी यहाँ पे आने? मेरे को यहाँ का देखना है, बस वही है। फुल इधर का एक्सपीरियंस। हाँ, मतलब हाँ यहाँ पे जा रहे हैं हम। हाँ, इन्होंने बोला चलो ठीक है मैं आ जाते हैं, तो वैसे ही बहुत वजन तो नहीं है, ये आराम से आ जाती है स्कूटी के पीछे, तो इसलिए हाँ मैंने डिसाइड किया इसको लेके आएंगे। स्कूटी पे पहुंचने में कितना टाइम लगा? हमको 10 डेज 11 डेज लगे जी। तो जैसे इन्होंने बताया कि आप बड़े हल्के से इसलिए ले आए, कोई ऐसा दोस्त भी था जो रह गया बाहर की वजह से? हाँ था, लेकिन स्कूटी पे तो 2 बंदे आ नहीं सकते, एक बंदे तो कंफर्ट है, क्योंकि हमारा लगेज भी होती है उसके साथ, वही होती है 25-30 किलो तक लगेज ही होती है, टेंट वगैरह सब मिलके। हाँ, तो मैंने चूज़ किया था दूसरे एक लड़का को, उन्होंने स्कूटर पे आने के लिए कोशिश कर रहा था, तो फिर मैंने इसको पूछा एक बार, ये तुरंत हाँ बोल दिया, तो तुरंत निकला हम वहाँ से। ਅਨੂ, ਜਿਹੜੀ ਕੇਰਲਾ ਦੀ ਉਹਨਾਂ ਨੇ ਕਿਸਾਨੀ ਦੀ ਗੱਲ ਕੀਤੀ ਹੈ ਕਿ ਉੱਥੇ ਇਹ ਕਿਸਾਨੀ ਕਾਫੀ ਸਹੀ ਆ, ਉਹਦਾ ਇੱਕ ਪਹਿਲੂ ਤਾਜ਼ਾ ਕੁਝ ਸਮੇਂ ਪਹਿਲਾਂ ਹੀ ਸਾਹਮਣੇ ਆਇਆ, ਆਪਾਂ ਆਪਣੀ ਰਿਪੋਰਟ 'ਚ ਵੀ ਉਹਦਾ ਜ਼ਿਕਰ ਕਰਦੇ ਰਹੇ ਹਾਂ ਕਿ
ਕੇਰਲਾ ਦੀ ਸਰਕਾਰ ਨੇ ਜਿਹੜੀਆਂ ਫਲ ਨੇ, ਸਬਜ਼ੀਆਂ ਨੇ, ਚਾਹੇ ਉਹ ਟਮਾਟਰ ਹੈ, ਖੀਰਾ ਹੈ, ਭਿੰਡੀ ਹੈ, ਸੰਤਰਾ ਹੈ, ਇਦਾਂ ਫਲ ਨੇ, ਉਹਨਾਂ ਦੀ ਲਿਸਟਿੰਗ ਕੀਤੀ ਆ। ਉਹ 23 ਤੋਂ 40 ਫਸਲਾਂ ਨੇ ਤੇ ਉਹਨਾਂ ਨੇ ਤੈਅ ਕਰਤਾ ਕਿ ਇਹਦਾ ਘੱਟੋ ਘੱਟ ਰੇਟ ਇਹ ਹੋਏਗਾ। ਉਹ ਸੂਬਾ ਸਰਕਾਰ ਨੇ ਕੀਤਾ। ਉਹਦੇ ਵਿੱਚ ਸੈਂਟਰ ਵਾਲੀ MSP ਵਾਲਾ ਮਸਲਾ ਨਹੀਂ, ਕਿਉਂਕਿ ਫਲਾਂ ਸਬਜ਼ੀਆਂ ਨੂੰ ਤੇ ਬਾਗਬਾਨੀ ਨੂੰ ਕੇਂਦਰ MSP ਵਾਲੇ ਚੀਜ਼ਾਂ ਬਾਹਰ ਰੱਖਦਾ। ਸੋ ਕੇਰਲਾ ਨੇ ਉਹ ਪਹਿਲ ਕੀਤੀ। ਉਹ ਕੇਰਲਾ ਦੀ ਉਦਾਹਰਨ ਅਸੀਂ ਪੰਜਾਬ ਸਰਕਾਰ ਨੂੰ ਬਾਰ-ਬਾਰ ਦਿੰਦੇ ਹਾਂ ਕਿ ਤੁਸੀਂ ਉਹ ਫਾਰਮੂਲਾ ਅਪਣਾ ਲਓ। ਸੋ ਉਸ ਨਜ਼ਰੀ ਤੋਂ ਕਹਿ ਰਹੇ ਨੇ ਕਿ ਉੱਥੇ ਤੱਕ, ਕਿਉਂਕਿ ਉਹਨਾਂ ਨੇ ਰੇਟ ਫਿਕਸ ਕਰਤਾ ਕਿ ਆਲੂ ਇਸ ਤੋਂ ਘੱਟ ਨਹੀਂ ਵਿਕੇਗਾ, ਟਮਾਟਰ ਇਸ ਤੋਂ ਘੱਟ ਨਹੀਂ ਵਿਕੇਗਾ, ਸੰਤਰਾ ਇਸ ਤੋਂ ਘੱਟ ਨਹੀਂ ਵਿਕੇਗਾ, ਕਿੰਨੂ ਇਸ ਤੋਂ ਘੱਟ ਨਹੀਂ। ਜੇਕਰ ਪ੍ਰਾਈਵੇਟ ਵਪਾਰੀ ਉਹ ਤੋਂ ਮਹਿੰਗਾ ਖਰੀਦਦਾ ਤਾਂ ਖਰੀਦੇ, ਜੇ ਨਹੀਂ ਖਰੀਦਦਾ ਤਾਂ ਉਹ ਸਰਕਾਰ ਖਰੀਦੇਗੀ ਉਹਨੂੰ। ਸੋ ਇਸ ਲਈ ਉਹ ਫਾਰਮੂਲਾ ਸਾਡੀਆਂ ਸਰਕਾਰਾਂ ਪੰਜਾਬ ਹਰਿਆਣਾ ਦੇ ਕਿਉਂ ਨਹੀਂ ਅਪਣਾ ਸਕਦੀਆਂ। ਪਰ ਜਿਹੜਾ ਉਹ ਕਹਿ ਰਹੇ ਨੇ ਕਿ ਕਿਸਾਨ ਖੁਸ਼ਹਾਲ ਆ, ਪਰ ਉਸ ਨਜ਼ਰੀਏ ਦੇ ਬਾਵਜੂਦ ਜਦੋਂ ਦੇਸ਼ ਦਾ ਅੰਦੋਲਨ ਹੁੰਦਾ ਤਾਂ ਉਹ ਨਾਲ ਆਉਂਦੇ ਨੇ, ਨੌਜਵਾਨ ਦਾ ਨਾਲ। ਇਹ ਪ੍ਰਤੀਕ ਹੈ, ਕੇਰਲਾ ਨੂੰ ਪ੍ਰਤੀਨਿਧਤਾ ਕਰ ਰਹੇ ਨੇ। ਪਰ ਮੈਂ ਇੱਕ ਹੋਰ ਪਹਿਲੂ जानना चाहना, केरला में चुनाव होने जा रहे हैं, है ना, तो वहाँ पे भी वो विधानसभा चुनाव होंगे जब आने वाले समय में होते हैं, तो बीजेपी वहाँ पे भी पूरी वही गेम जात धर्म की खेलती होगी। आपको जहाँ आके जो दृश्य वहाँ पे था, वहाँ के कितना बदला लगा कि लोग कितने आसपास हैं, जहाँ ना कोई धर्म का मसला है, ना रंग का मसला है, ना स्टेट का मसला है, जहाँ इशू एक है कि देश बचाना है, किसान बचाना है। तो यदि खेत बचेंगे तो देश बचेगा। तो आपको ये धर्म जात वाला जहाँ के बिल्कुल उल्टा लगा, जो कभी धारणा बनी थी कभी कुछ? मैंने जो स्कूल में पढ़ रहा था सब साथ में था, हिंदू था, मुस्लिम था, क्रिश्चियंस था, हम सब भी एक ही दोस्ती जैसे लगे था। अभी भी हम ऐसे ही है, आगे भी हम ऐसे ही रहेंगे। हमको तो कुछ कभी नहीं लगा कि हम हिंदू है, मुस्लिम है, वो लोग, वैसे तो कभी नहीं लगा। पर राजनीतिक पार्टियां बना रही हैं ना हमेशा, वो तो होती है बस वहाँ पे तो वैसे इश्यूज आती है फिर और आगे हम ऐसे रहेंगे एक दोस्त जैसे। बस इतना ही बोलना चाहिए। क्या मैसेज लेके जा रहे हो जहाँ से अपने दोस्तों के लिए, केरला के लिए? केरला के लिए ये तो एक बहुत बड़ा फार्मर्स के लिए एक हिस्ट्री बना दिया। यहाँ के जो होती है ਸੰਯੁਕਤ ਕਿਸਾਨ ਮੋਰਚਾ, ਠੀਕ ਹੈ ਨਾ, ਇਹ ਦੇਸ਼ ਦੀ ਇੱਕ ਪਹਿਚਾਣ ਬਣ ਗਿਆ ਕਿ ਜਿੱਥੇ ਵੀ ਕੋਈ ਸਰਕਾਰ ਧੱਕਾ ਕਰੂਗੀ, ਇਹਦਾ ਮਤਲਬ ਸੰਯੁਕਤ ਹੈਗੇ ਨੇ ਲੋਕ। ਉਹ ਸੰਯੁਕਤ ਕਿਸਾਨ ਮੋਰਚਾ ਉਹਦਾ ਇੱਕ ਪ੍ਰਤੀਕ ਆ। ਸੋ ਇਸ ਲਈ ਜਦੋਂ ਹਨੇਰੇ ਨੂੰ ਚੀਰਨ ਦੀ ਗੱਲ ਆਉਂਦੀ ਹੈ ਨਾ, ਤਾਂ ਅਸੀਂ ਸੂਰਜ ਵੱਲ ਤੱਕਦੇ ਹਾਂ। ਸੂਰਜ ਚੜ੍ਹੇ ਨਾ ਚੜ੍ਹੇ, ਪਰ ਦਿਨ ਚੜ੍ਹਨ ਤੇ ਰੋਸ਼ਨੀ ਹੋ ਜਾਂਦੀ ਆ। ਸੋ ਅੱਜ ਸੂਰਜ ਨਹੀਂ ਨਿਕਲਿਆ ਪਰ ਰੋਸ਼ਨੀ ਹੈ। ਇਸ ਲਈ ਜੇਕਰ ਇਹ ਅੰਦੋਲਨ ਖਤਮ ਹੋ ਗਿਆ, ਮਤਲਬ ਇਹ ਨਹੀਂ ਕਿ ਸੰਯੁਕਤ ਮੋਰਚਾ ਖਤਮ ਹੋ ਗਿਆ, ਉਹ ਤਾਕਤ ਰਹੇਗੀ, ਉਹ ਕਿਤੇ ਮਰਜ਼ੀ ਹੋਵੇ। ਸੋ ਆ ਜੈਪੁਰ ਵਾਲੇ ਸਾਥੀ ਤੋਂ ਵੀ ਜਾਣੋ ਕੁਝ। ਬਿਲਕੁਲ, ਜੈਪੁਰ ਤੋਂ ਇਹ ਆਏ ਨੇ ਕਿਉਂਕਿ ਵਾਰ-ਵਾਰ ਅਸੀਂ ਗੱਲ ਕਰਦੇ ਹਾਂ ਵੀ ਸਰਕਾਰ ਅਕਸਰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਇਹ ਪੰਜਾਬ ਦਾ ਅੰਦੋਲਨ ਹੈ। ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਵਿੱਚ ਹਰਿਆਣਾ ਵੀ ਵੱਡੇ ਪੱਧਰ ਦੇ ਉੱਤੇ ਸ਼ਮੂਲੀਅਤ ਕਰ ਰਿਹਾ, ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਇਹ ਸਿਰਫ ਪੰਜਾਬ ਤੇ ਹਰਿਆਣੇ ਦਾ ਅੰਦੋਲਨ ਹੈ। ਉਸ ਤੋਂ ਬਾਅਦ ਫਿਰ ਬਾਕੀ ਸਟੇਟਾਂ ਨਾਲ ਜੁੜਦੀਆਂ ਗਏ, ਜਿਸ ਦੀ ਉਦਾਹਰਨ ਇਸ ਵੇਲੇ ਸਾਡੇ ਸਾਹਮਣੇ ਖੜੇ ਨੇ। ਤਾਂ ਇਹਨਾਂ ਬਾਰੇ ਜੇ ਮੈਂ ਦੱਸਾਂ ਤਾਂ ਆਪਣੇ ਘਰੇ ਝੂਠ ਬੋਲ ਕੇ ਆਏ ਨੇ। ਐਗਜ਼ਾਮ ਸੀਗਾ ਇਹਨਾਂ ਦਾ ਤੇ ਕਹਿੰਦੇ ਵੀ ਘਰੋਂ ਦੀ ਉਹ ਸਰ ਸਕਦਾ ਸੀਗਾ, ਪ੍ਰੈਕਟੀਕਲੀ ਸੀਗਾ ਕਿਉਂਕਿ, ਪਰ ਮੈਂ ਮਤਲਬ ਕਿਹਾ ਵੀ ਨਹੀਂ ਮੈਨੂੰ ਐਗਜ਼ਾਮ ਦੇਣ ਕਾਲਜ ਜਾਣਾ ਪਊਗਾ, ਘਰੋਂ ਦੀ ਕਾਲਜ ਦਾ ਕਹਿ ਕੇ ਇੱਥੇ ਮੋਰਚੇ ਦੇ ਵਿੱਚ ਆ ਗਏ। ਸੋ ਕੀ ਖਿੱਚ ਇੱਧਰ ਲੈ ਕੇ ਆਈ, ਤੇ ਕੀ ਕਹਾਣੀ ਸੀਗੀ, ਘਰੇ ਕੀ ਕੁਝ ਕਿਹਾ ਉਹ ਦੱਸੋ ਪਹਿਲਾਂ। घर पे तो यही कहा था कि मैं कॉलेज जा रहा हूँ, और बाकी मैं पिछले 26 से इस आंदोलन को पूरा फॉलो कर रहा हूँ। और मैं जुलाई में भी आया था, फिर अभी लास्ट के दिन मैं सोचा कि भाई अब कानून रद्द हो गए, उसके बाद में कैसी खुशी होती है वही यहाँ देखने आया। और बाकी पंजाब के मसले तो हल हो चुके हैं। अभी पंजाब बैठा है यूपी राजस्थान के लिए, क्योंकि वहाँ MSP नहीं है। वहाँ पे बाजरा 1200-1300 में जाता है। मेरे नाना जी उगाते हैं, वो 1300 से ऊपर कभी नहीं बिका। तो अब पंजाब का तो हो गया। इस बात की खुशी है कि पंजाब राजस्थान और यूपी और बाकी सूबों के लिए बैठा है। और पंजाब और हरियाणा में तो MSP है, लेकिन हमारे नहीं है। बिल्कुल MSP है बेशक, पर मिलती है कि नहीं वो वखरा मसला है जी। ਨਹੀਂ ਇਹਨੂੰ ਉਹ ਮਸਲਾ, ਪਹਿਲੀ ਗੱਲ ਤਾਂ ਇਸ ਅੰਦੋਲਨ ਚ ਆ ਕੇ ਨਾ ਕਿੰਨਿਆਂ ਸੂਬਿਆਂ ਨੂੰ ਇੱਥੇ ਆ ਕੇ ਪਤਾ ਲੱਗਾ ਕਿ ਦੇਸ਼ ਚ MSP ਵੀ ਕੋਈ ਚੀਜ਼ ਹੈ। ਬੰਗਾਲ ਵਾਲੇ ਨੌਜਵਾਨ ਆਪਾਂ ਨੂੰ ਮਿਲੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅੱਛਾ MSP ਵੀ ਹੈ। ਇਸੇ ਤਰ੍ਹਾਂ ਜਿਵੇਂ ਇਸ ਦੋਸਤ ਨੂੰ ਲੱਗ ਰਿਹਾ ਕਿ ਪੰਜਾਬ ਤੇ ਹਰਿਆਣਾ ਚ ਤਾਂ MSP ਹੈ, ਉਹਨਾਂ ਦਾ ਮਸਲਾ ਹੱਲ ਹੋ ਗਿਆ, ਇਹ ਵੀ ਅਜੇ ਬਹੁਤ ਵੱਡਾ ਭੁਲੇਖਾ ਹੈ। ਦੇਸ਼ 'ਚ 23 ਫਸਲਾਂ ਤੇ MSP ਆਪਾਂ ਅੱਜ ਸਵੇਰੇ ਵੀ ਉੱਪਰ ਚਰਚਾ ਕਰਕੇ ਹਟੇ ਆ, ਤੇ 23 ਚੋਂ ਸਰਕਾਰ 2 ਖਰੀਦ ਰਹੀ ਹੈ, ਜਾਂ ਕਈ ਥਾਂ ਇੱਕ ਦੀ ਹੋਰ ਖਰੀਦ ਕੇ 3 ਖਰੀਦ ਰਹੀ ਆ। ਸੋ 23 ਤੇ ਪੂਰੇ ਦੇਸ਼ 'ਚ MSP ਨਹੀਂ ਮਿਲਦੀ। ਜੇਕਰ MSP ਦਾ ਮਸਲਾ ਹੱਲ ਹੁੰਦਾ ਤਾਂ ਇਹ ਇਕੱਲਾ ਰਾਜਸਥਾਨ ਯੂਪੀ ਦਾ ਨਹੀਂ, ਪੰਜਾਬ ਹਰਿਆਣਾ ਦਾ ਵੀ ਮਸਲਾ ਉੱਡਾ ਹੀ ਆ। ਸੋ ਇਸ ਲਈ ਕਿਉਂਕਿ ਪੰਜਾਬ ਦਾ ਪਾਣੀ
ਜਿਵੇਂ ਝੋਨੇ ਦੇ ਨਾਂ ਤੇ ਸਾਤੋਂ ਖਾਲੀ ਕਰਾਇਆ ਜਾ ਰਿਹਾ, ਬਹੁਤ ਵੱਡੀ ਸਾਜ਼ਿਸ਼ ਹੈ। ਪਰ ਸਾਡੇ ਕੋਲ ਬਦਲ ਨਹੀਂ ਕੋਈ, ਸਾਨੂੰ ਪਤਾ ਕਿ ਫਸਲ ਵਿਕਦੀ ਹੈ, ਇਸ ਲਈ ਸਾਡਾ ਬੀਜਣਾ ਮਜਬੂਰੀ ਵੀ ਹੈ। ਸੋ ਉਸ ਮਜਬੂਰੀ ਚੋਂ ਨਿਕਲਣ ਦਾ ਹੱਲ MSP ਹੈ। ਸਰਕਾਰ ਤੈਅ ਕਰੇ, ਸਵੇਰ ਨੂੰ ਫਸਲਾਂ ਦੇ ਰੰਗ ਬਦਲ ਜਾਣਗੇ, ਸਵੇਰ ਨੂੰ ਸਾਡੇ ਇੱਥੇ ਬਾਜਰਾ ਬੀਜਿਆ ਜਾਊਗਾ, ਸਾਡੇ ਵੀ ਕਪਾਹ ਦਾ ਏਰੀਆ ਵੱਧ ਜਾਊਗਾ, ਸਾਡੇ ਵੀ ਮੱਕੀ ਬੀਜੀ ਜਾ ਸਕਦੀ ਹੈ, ਸਾਡੇ ਵੀ ਜੌਂ ਬੀਜੇ ਜਾ ਸਕਦੇ ਆ, ਸਾਡੇ ਵੀ ਦਾਲਾਂ, ਮਸਰ, ਸਰੋਂ ਪਹਿਲਾਂ ਸਾਰਾ ਕੁਝ ਹੁੰਦੀਆਂ ਰਹੀਆਂ। ਸੋ ਇਸ ਲਈ ਉਹ ਮੂੰਗੀ ਮਸਰੀ ਬੀਜੀ ਜਾ ਸਕਦੀ ਹੈ, ਕਾਲੇ ਛੋਲੇ ਇੱਥੇ ਵੀ ਹੋ ਸਕਦੇ ਆ। ਸੋ ਇਸ ਲਈ ਉਹਦੇ ਪਰ ਸਰਕਾਰ ਆਵੇ ਤਾਂ ਸਹੀ। ਸੋ ਇਸ ਲਈ MSP ਮਿਲਣਾ ਬਹੁਤ ਜ਼ਰੂਰੀ ਹੈ ਤੇ ਉਹਦੀ ਲੜਾਈ ਮੈਨੂੰ ਲੱਗਦਾ ਅਹਿਮ ਹੋ ਗਈ ਹੈ ਤੇ ਸਵੇਰ ਤੱਕ ਉਹਦੀ ਵੀ ਖਬਰ ਚੰਗੀ ਆਉਣ ਵਾਲੀ ਹੈ। बिल्कुल, तो ओदी भी खबर जी चंगी आ सकती है। पर अगर आपके परिवार की बात करें तो घर पे पहली बार आपने झूठ बोला था, तो अब आप तीसरी बार अभी आए हैं तो या चौथी बार अभी आए हैं, तो अब घर पे क्या बोल के आते हैं या अभी भी झूठ बोल के आते हो? घर पे अभी पता नहीं है, बाकी पता लग जाएगा तो देखी जाएगी। अच्छा, अभी तक पता नहीं। नहीं तो अभी मतलब उन्होंने देखा ही नहीं, आपने बताया भी नहीं घर जाके कि आप क्या कुछ यहाँ पे देख रहे हो? नहीं नहीं, अब वो बाद में बताएंगे तो बाद में तो क्या कहेंगे, अभी कह देंगे तो बुला लेंगे ना। अच्छा, ये चीज बड़ी होती है अभी मतलब देखी जाएगी बाद में अगर देखेंगे तो क्या बोल देंगे ज्यादा से ज्यादा, है ना? हाँ, बच्चे तो हम उनके ही हैं। बाकी वैसे उन्होंने वो पूरा सपोर्ट करते हैं, वो हर चीज देखते हैं यहाँ क्या हुआ क्या नहीं हुआ। बाकी बस वो जाने का ही वो थोड़ा आनाकानी करते हैं, बस ठीक है, उसके बाद में कुछ नहीं कहेंगे। एक चीज जो हमने पहले बात कर रहे थे कि सरकारें जो है वो हमेशा धर्म के नाम पे लड़वाने की कोशिश करती हैं। राजस्थान से आप आए हैं तो वहां पे भी ऐसी स्थिति होगी, है ना? तो यहाँ पर लेकिन जो रंग यहाँ पे देखने को मिलते हैं कि उसको कैसे देखते हैं? यहाँ पे तो सब कुछ सही है, यहाँ पे कोई वो नहीं है, यहाँ पे कोई दिक्कत नहीं है। मैं 28 जनवरी की बात बताता हूँ, जब वहाँ पे गाजीपुर पे हुआ था तो वो सही हो गया था। उसके बाद मैंने पोस्ट डाली थी, मेरे खास दोस्तों ने मुझे गाली दी उसी के लिए कि वो एक पार्टी को सपोर्ट करते हैं, इसके लिए उन्होंने मुझे कहा। और तो उस चीज़ का तो नहीं फर्क पड़ता, वो ठीक है, वो तो अलग हो गया, पर बाकी किसानों के साथ हैं। ਚਾਹੇ ਉਹ ਪਾਰਟੀਆਂ ਦੀ ਗੱਲ ਹੋਵੇ ਚਾਹੇ ਧਰਮਾਂ ਦੀ ਗੱਲ ਹੋਵੇ, ਪਰ ਦੋਸਤਾਂ ਦੇ ਵਿੱਚ ਵੀ ਫਿੱਕ ਕਿਤੇ ਨਾ ਕਿਤੇ ਪਾਉਣ ਦੀ ਜਿਹੜੀ ਚੀਜ਼ ਹੈ ਉਹ ਲੱਗੀ ਰਹਿੰਦੀ ਹੈ ਕੋਸ਼ਿਸ਼, ਕਿਉਂਕਿ ਪਾਰਟੀਆਂ ਇੰਨੀਆਂ ਧੁਰ ਤੱਕ ਵੜ ਚੁੱਕੀਆਂ ਨੇ ਵੀ ਅੱਗੇ ਦੋਸਤ ਖੜਾ ਕਿ ਕੀ ਖੜਾ, ਤਾਂ ਉੱਥੇ ਡਿਫੈਂਡ ਪਾਰਟੀਆਂ ਹੁੰਦੀਆਂ ਨੇ, ਉੱਥੇ ਦੋਸਤੀ ਡਿਫੈਂਡ ਨਹੀਂ ਹੁੰਦੀ। ਤਾਂ ਇਹ ਚੀਜ਼ਾਂ ਬੜੇ ਪੱਧਰ ਤੋਂ ਚੱਲਦੀਆਂ ਆ ਰਹੀਆਂ ਨੇ। ਤਾਂ ਦੋਸਤੀ ਜਿਵੇਂ ਪੰਜਾਬ ਤੇ ਹਰਿਆਣਾ, ਵੱਡਾ ਭਾਈ ਛੋਟਾ ਭਾਈ, ਤਾਂ ਇਹ ਜਿਹੜੀ ਸਿਆਸਤ ਨੇ ਹੀ ਸਾਰੀਆਂ ਚੀਜ਼ਾਂ ਕੀਤੀਆਂ ਨੇ। ਸਿਆਸਤ ਕੋਈ ਕਿਸੇ ਨੂੰ ਸਪੋਰਟ ਕਰਦਾ, ਕੋਈ ਕਿਸੇ ਨੂੰ ਸਪੋਰਟ ਕਰਦਾ, ਪਰ ਇਸ ਅੰਦੋਲਨ ਤੋਂ ਬਾਅਦ ਉਹ ਚੀਜ਼ਾਂ ਹੋਣਗੀਆਂ ਕਿ ਨਹੀਂ, ਉਹ ਸਭ ਤੋਂ ਵੱਡੀ ਜਿਹੜੀ ਮਹੱਤਵਪੂਰਨ ਗੱਲ ਜਿਹੜੀ ਦੇਖਣ ਵਾਲੀ ਹੋਏਗੀ। ਸੋ ਜਿਹੜੀ स्थिति अगर राजस्थान में बात करें किसानी की, तो उस राजस्थान में क्या स्थिति? राजस्थान में स्थिति बहुत खराब है, क्योंकि राजस्थान में बाजरा मेन फसल लगभग है, तो वहाँ पे 1200-1300 तो हाईएस्ट जाता है, 1100, 1200, 1000 ये लास्ट जाता है वहाँ पे। और बाकी वहाँ पानी कम है एक तो, और बिना पानी की फसल बाजरा है तो बस वो ही होती है, और उसमें भी रेट नहीं मिलता तो किसान मारा ही जाता है। अब मेरे नाना जी पूरे साल मेहनत करते हैं, लेकिन उन्हें उस चीज़ का उतना फल नहीं मिल पाता जितना उन्हें मिलना चाहिए। और ये चीज़ें वहाँ तक MSP की बात अब जाके पहुँची है। और मैं बता दूं कि वहाँ पे राजस्थान में भी आंदोलन है। मेरे खेत सीकर में है, सीकर में वहाँ पे सारे टोल बंद है। तो ये नहीं है कि हरियाणा और पंजाब में ही बंद है, पर राजस्थान में भी टोल बंद है। ਬਿਲਕੁਲ, ਜਿਹੜੇ ਕਹਿੰਦੇ ਸੀਗੇ ਬਾਰ-ਬਾਰ ਗੱਲਾਂ ਹੋਈ ਜਾਂਦੀਆਂ ਵੀ ਜਿਹੜੇ ਕਹਿੰਦੇ ਸੀਗੇ ਇਕੱਲੇ ਪੰਜਾਬ ਦਾ ਜਾਂ ਹਰਿਆਣੇ ਦਾ ਅੰਦੋਲਨ ਹੈ, ਟੋਲ ਪਲਾਜ਼ੇ ਵੀ ਜਿਹੜੇ ਬੰਦ ਨੇ ਉਹ ਜ਼ਿਆਦਾਤਰ ਪੰਜਾਬ 'ਚ ਬੰਦ ਨੇ, ਹਰਿਆਣੇ 'ਚ ਇੱਕ ਅੱਧਾ ਬੰਦ ਹੋਊਗਾ, ਬਾਕੀ ਜਗ੍ਹਾ ਤੇ ਕਿਤੇ ਹੈ ਨਹੀਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਗਰਾਊਂਡ ਦੀਆਂ ਹੁੰਦੀਆਂ ਨੇ, ਕਿਉਂਕਿ ਉੱਪਰੋਂ ਕੋਈ ਜਿੰਨੇ ਮਰਜ਼ੀ ਆંકੜੇ ਦੱਸੀ ਜਾਵੇ, ਉੱਪਰੋਂ ਕੋਈ ਜਿੰਨੀ ਮਰਜ਼ੀਆਂ ਗੱਲਾਂ ਕਰੀ ਜਾਵੇ, ਕੋਈ ਬੈਨਰ ਜਿੰਨੇ ਮਰਜ਼ੀ ਲਾ ਕੇ ਵਿਕਾਸ ਦਿਖਾਈ ਜਾਵੇ, ਪਰ ਗਰਾਊਂਡ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਗਰਾਊਂਡ 'ਤੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹ ਸੱਚ ਦੱਸਦੇ ਨੇ। ਸੋ ਕਿੰਨੇ ਲਗਭਗ टोल प्लाजे 'ਚ ਬੰਦ ਹੋਊਗਾ? सीकर के वो पूरे सारे बंद हैं वहाँ पे, सारे बंद हैं। किसान आंदोलन के समर्थन समर्थन पूरा होना पे। चलो, तो अभी जीत के जब वापस जाओगे तो सब क्या बताओगे घर वालों को कि क्या कुछ देखा था? घर वालों को अभी तो मैं कॉलेज जाऊंगा, उसके बाद में जाके घर पे हर जो यहाँ पे फोटो वगैरह जो वीडियो है वो सारी बताऊंगा कि क्या क्या हुआ था यहाँ पे। दोस्तों को भी? दोस्तों के साथ। ਚਲੋ, ਤੇ ਨੌਜਵਾਨ ਜਿਹੜੇ ਕਹਿੰਦੇ ਸੀਗੇ ਵੀ ਅੰਦੋਲਨ ਦੇ ਵਿੱਚ ਨਹੀਂ ਹੈਗੇ, ਇਹ ਨੌਜਵਾਨ ਕਿਸ ਤਰੀਕੇ ਅੰਦੋਲਨ ਦੇ ਵਿੱਚ ਡਟੇ ਵੀ ਹੋਏ ਨੇ, ਘਰੇ ਝੂਠ ਬੋਲ ਕੇ ਸ਼ੁਰੂਆਤ 'ਚ ਵੀ ਅਸੀਂ ਦੇਖਿਆ, ਚਾਹੇ ਉਹ ਪੰਜਾਬ 'ਚੋਂ ਵੀ ਕਿਉਂ ਨਾ ਹੁਣ, ਝੂਠ ਬੋਲ ਕੇ ਵੀ ਇੱਥੇ ਪਹੁੰਚੇ ਨੇ। ਸੋ ਦਰਦ ਉਹ ਚੀਜ਼ਾਂ ਸਾਰਿਆਂ ਨੇ ਦੇਖੀਆਂ ਹੋਈਆਂ ਨੇ। ਬਿਲਕੁਲ, ਆ ਤਸਵੀਰ ਸੀ ਅਨੂ ਜਿਹੜੀ ਆਪਾਂ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਚਾਹੇ ਉਹ ਜੈਪੁਰ ਵਾਲਾ ਨੌਜਵਾਨ ਹੈ, ਚਾਹੇ ਉਹ ਕੇਰਲਾ ਦੇ ਨੇ, ਤੇ ਚਾਹੇ ਪਿੱਛੇ ਸਾਡਾ ਪੰਜਾਬ ਤੇ ਹਰਿਆਣਾ ਦਾ ਸਮੁੱਚਾ ਭਾਈਚਾਰਾ ਖੜਾ ਇੱਥੇ। ਇਹ ਸਾਂਝੀਆਂ ਤਸਵੀਰਾਂ ਇਸੇ ਤਰ੍ਹਾਂ ਬਰਕਰਾਰ ਰਹਿਣੀ ਚਾਹੁੰਦੀਆਂ। ਜਦੋਂ ਵੀ ਮਤਲਬ ਜਾਬਰ ਸਰਕਾਰ ਆਏਗੀ, ਜਦੋਂ ਵੀ ਜ਼ਾਲਮ ਸਰਕਾਰ ਆਏਗੀ, ਜਦੋਂ ਵੀ ਔਰੰਗਜ਼ੇਬ ਦੀ ਸਰਕਾਰ ਆਏਗੀ, ਤਾਂ ਉਹਦੀ ਜਿਹੜੀ ਲੋਕ ਨੇ ਜੇਕਰ ਉਹ ਇਕੱਠੇ ਹੋ ਜਾਣਗੇ ਤਾਂ ਤਖਤ ਢਹਿੰਦੇ ਆਏ ਨੇ, ਤਖਤਾਂ ਤੋਂ ਰਾਜ ਉਤਰਦੇ ਆਏ ਨੇ। ਸੋ ਇਸ ਲਈ ਉਹ ਸਰਕਾਰ ਜਿਹੜੀ ਕਹਿੰਦੇ ਸੀ ਕਿ ਝੁਕਦੀ ਨਹੀਂ, 56 ਇੰਚ ਦੀ ਛਾਤੀ ਹੈ ਜੀ, ਉਹ ਮਿੰਟ 'ਚ ਸੁੰਗੜ ਗਈ।
ਸੋ ਹੈ ਨਾ, ਸਾਲ ਹੀ ਲੱਗਿਆ ਨਾ ਸੁੰਗੜ ਨੂੰ, ਕਿੰਨਾ ਕੁ ਟਾਈਮ ਲੱਗਿਆ। ਸੋ ਇਸ ਲਈ ਉਹ ਸਾਰਾ ਕੁਝ ਲੋਕ ਝੁਕਾ ਲੈਂਦੇ ਨੇ। ਸੋ ਇਸ ਲਈ ਇਹ ਜਿਹੀ ਤਾਕਤ ਨਾਲ ਹੋਰ ਤਾਕਤ ਮਿਲਦੀ ਆ। ਅੱਜ ਪੰਜਾਬ ਹਰਿਆਣਾ ਜਿਹੜਾ ਮਾਣ ਕਰ ਰਿਹਾ ਕਿ ਅਸੀਂ ਮੂਹਰੇ ਹੋ ਕੇ ਲੜਾਈ ਲੜੀ ਆ, ਤਾਂ ਉਸ ਨੂੰ ਇਹ ਵੀ ਮਾਣ ਆ ਕਿ ਕਿੰਨੇ ਸੂਬੇ ਸਾਡੇ ਨਾਲ ਖੜੇ ਨੇ ਆ ਕੇ। ਇਹ ਮਾਣ ਇਸ ਤਸਵੀਰਾਂ ਵਧਾਉਂਦੀਆਂ ਨੇ ਔਰ ਇਹ ਸਰਕਾਰਾਂ ਨੂੰ ਫਿਕਰ ਚ ਪਾਉਂਦੀਆਂ, ਰਾਜਨੀਤੀ ਨੂੰ ਫਿਕਰ ਚ ਪਾਉਂਦੀਆਂ। ਲੋਕਾਂ ਰਾਜਨੀਤੀ ਨੂੰ ਡਰ ਲੱਗਣ ਲੱਗ ਜਾਂਦਾ ਜਦੋਂ ਲੋਕ ਇਕੱਠੇ ਹੁੰਦੇ ਨੇ, ਪਰ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਦੇਸ਼ ਔਰ ਸੂਬੇ ਵਿਕਾਸ ਕਰਦੇ ਨੇ, ਦੇਸ਼ ਔਰ ਜਨਤਾ ਦਾ ਵਿਕਾਸ ਹੁੰਦਾ। ਸੋ ਇਹ ਇੱਕ ਪਹਿਲ ਕਦਮੀ ਆ। ਔਰ ਇਹ ਏਕਤਾ ਇੱਥੇ ਤੱਕ ਹੀ ਨਹੀਂ ਰਹਿਣੀ ਚਾਹੀਦੀ, ਇਹਨੂੰ ਪਿੰਡਾਂ ਤੱਕ ਲੈ ਕੇ ਜਾਣਾ ਪਊ, ਇਹਨੂੰ ਮਹੱਲਿਆਂ ਤੱਕ ਲੈ ਕੇ ਜਾਣਾ ਪਊ, ਇਹਨੂੰ ਰਾਜਨੀਤਿਕ ਚੋਣਾਂ ਤੱਕ ਲੈ ਕੇ ਜਾਣਾ ਪਊ। ਚੋਣਾਂ 'ਚ ਉਤਰਨਾ ਕਿ ਨਹੀਂ ਉਤਰਨਾ ਇਹ ਮੋਰਚੇ ਨੇ ਫੈਸਲਾ ਕਰਨਾ ਜਾਂ ਲੀਡਰਾਂ ਨੇ ਫੈਸਲਾ ਕਰਨਾ, ਪਰ ਸਰਕਾਰ ਮੂਹਰੇ ਇੱਕ ਡੰਡਾ ਹੋਣਾ ਚਾਹੀਦਾ ਕਿ ਸੰਯੁਕਤ ਮੋਰਚੇ ਦਾ ਇੱਕ ਡੰਡਾ ਹੈਗਾ, ਜੇ ਕੋਈ ਗਲਤੀ ਕਰੂ ਉਹ 'ਚ ਜਦੇ ਝੰਡਾ ਪਾ ਲਾਂਗੇ। ਸੋ ਇਸ ਲਈ ਉਹ ਖੜਾ ਹੋਣਾ ਚਾਹੀਦਾ ਡੰਡਾ, ਤੇ ਉਹ ਡੰਡਾ ਮੈਨੂੰ ਲੱਗਦਾ ਇਸ ਅੰਦੋਲਨ ਨੇ ਸਿਖਾਤਾ, ਲੋਕਾਂ ਨੂੰ ਗੱਲ ਕਰਨੀ ਸਿਖਾਤੀ, ਸਵਾਲ ਕਰਨੇ ਸਿਖਾਤੇ, ਔਰ ਇਹ ਏਕਾ ਬਰਕਰਾਰ ਰਹਿਣਾ ਚਾਹੀਦਾ। ਬਹੁਤ ਬਹੁਤ ਅਸੀਂ ਵੀ ਇਹ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਰਵਾਂਗੇ, ਭਾਵੇਂ ਜਿਹਨੂੰ ਮਰਜ਼ੀ ਇਹ ਤਸਵੀਰਾਂ ਡਰਾਉਂਦੀਆਂ ਹੋਣ, ਪਰ ਸੱਚੀਆਂ ਤਸਵੀਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਵਾਂਗੇ। ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਕੈਮਰਾਮੈਨ ਗੋਲਡੀ ਦੇ ਨਾਲ ਮੈਂ ਅਨੁਕੋੜਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਸੰਯੁਕਤ ਮੋਰਚਾ ਜਿੰਦਾਬਾਦ, ਸੰਯੁਕਤ ਮੋਰਚਾ ਜਿੰਦਾਬਾਦ, ਸਮੁੱਚਾ ਦੇਸ਼ ਭਰ ਦਾ ਕਿਸਾਨ ਜਿੰਦਾਬਾਦ।